आज़ादी का ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਖਾਸੀ ਆਜ਼ਾਦੀ ਗੁਲਾਟੀਏ ਯੂਥ ਰੋਡ ਸਿੰਘ ਸਿਆਮ ਵੀਰ ਹਸਾਰਾਮ ਪਮਨਾਨੀ ਗਾਂਧੀਵਾਦੀ ਆਜ਼ਾਦੀ ਗੁਲਾਟੀਏ ਕਿਸ਼ੋਰ ਯਸਵ ਅਤੇ ਆਜ਼ਾਦੀ ਕਾਰਕੁਨ ਗੁਰਿਆ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਖਾਸੀ ਆਜ਼ਾਦੀ ਗੁਲਾਟੀਏ ਯੂਥ ਰੋਡ ਸਿੰਘ ਸਿਆਮ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਮੌਤ 17 ਜੁਲਾਈ 1835 ਨੂੰ ਹੋਈ ਸੀ। ਬਰਤਾਨਵੀ ਕਬਜ਼ੇ ਦੇ ਵਿਰੁੱਧ ਖਾਸੀ ਖੇਤਰ ਵਿੱਚ ਉਹਨਾਂ ਦੀਆਂ ਜੰਗੀ ਰਣਨੀਤੀਆਂ, ਬਹਾਦਰੀ ਅਤੇ ਸ਼ਲਾਘਾਯੋਗ ਨਿਯੰਤਰਣ ਲਈ ਪ੍ਰਸ਼ੰਸਾ ਕੀਤੀ ਗਈ। ਯੂਥ ਰੋਡ ਸਿੰਘ ਸਿਆਮ ਐਂਗਲੋ ਖਾਸੀ ਜੰਗ ਦੇ ਸਭ ਤੋਂ ਤੇਜ਼ ਤਰਾਰ ਨੇਤਾਵਾਂ ਵਿੱਚੋਂ ਇੱਕ ਸਨ। ਇਹ ਜੰਗ 1823 ਤੋਂ 1833 ਤੱਕ ਲੜੀ ਗਈ ਸੀ। ਉਹਨਾਂ ਦੀ ਬਰਸੀ ਨੂੰ ਹਰ ਸਾਲ ਮੇਘਾਲਿਆ ਵਿੱਚ ਸਰਕਾਰੀ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਤਿਰੋਟ ਸਿੰਘ ਨੇ ਸਿਏਮ ਲੀ ਕਬੀਲੇ ਤੋਂ ਆਪਣੇ ਵੰਸ਼ ਨੂੰ ਕੱਢਿਆ ਅਤੇ ਜੰਗ ਦਾ ਐਲਾਨ ਕੀਤਾ ਅਤੇ ਖਾਸੀ ਪਹਾੜੀਆਂ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਲਈ ਬਰਤਾਨਵੀਆਂ ਖਿਲਾਫ ਲੜੇ। ਸ਼ੁਰੂ ਵਿੱਚ ਅੰਗਰੇਜ਼ ਹਕੂਮਤ ਅਤੇ ਤਿਰੋਟ ਸਿੰਘ ਨੇ ਇੱਕ ਸਮਝੌਤਾ ਕੀਤਾ, ਜਿਸ ਅਨੁਸਾਰ ਦੁਆਰ ਨਾਮਕ ਦਰਾ ਤਿਰੋਟ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਬਦਲੇ ਵਿੱਚ ਬਰਤਾਨਵੀ ਹਕੂਮਤ ਨੂੰ ਗੁਹਾਟੀ ਅਤੇ ਸਿਲਹਟ ਵਿਚਕਾਰ ਸੜਕ ਪ੍ਰੋਜੈਕਟ ਦੀ ਇਜਾਜ਼ਤ ਦਿੱਤੀ ਗਈ, ਪਰ ਖੇਤਰੀ ਰਾਜਾ ਬਲਰਾਮ ਸਿੰਘ ਨੇ ਦੁਆਰ ਤੇ ਤਿਰੋਟ ਸਿੰਘ ਦੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ ਅਤੇ ਆਪਣੇ ਦਾਅਵੇ ਨੂੰ ਸਥਾਪਿਤ ਕਰਨ ਲਈ ਆਪਣੀਆਂ ਹਥਿਆਰਬੰਦ ਫੌਜਾਂ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਖਬਰ ਆਈ ਕਿ ਅੰਗਰੇਜ਼ ਅਸਾਮ ਵਿੱਚ ਫੌਜਾਂ ਨੂੰ ਮਜ਼ਬੂਤ ਕਰ ਰਹੇ ਹਨ, ਤਾਂ ਤਿਰੋਟ ਸਿੰਘ ਨੇ ਮੁੜ ਤੋਂ ਦਰਬਾਰ ਬੁਲਾਇਆ ਅਤੇ ਅੰਗਰੇਜ਼ਾਂ ਨੂੰ 9 ਖਲਾ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ। ਅੰਗਰੇਜ਼ਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਖਾਸੀਆਂ ਦੇ 9 ਖਲਾ ਵਿਖੇ ਬਰਤਾਨਵੀ ਫੌਜ 'ਤੇ ਹਮਲਾ ਕਰ ਦਿੱਤਾ। ਐਂਗਲੋ ਖਾਸੀ ਯੁੱਧ ਵਿੱਚ ਖਾਸੀ ਕੋਲ ਅਸਲੇ ਦੀ ਕਮੀ ਸੀ ਅਤੇ ਉਹਨਾਂ ਕੋਲ ਸਿਰਫ ਤਲਵਾਰਾਂ, ਢਾਲਾਂ, ਕਮਾਨ ਅਤੇ ਤੀਰ ਸਨ। ਇਸ ਲਈ ਉਹਨਾਂ ਨੇ ਗੁਰੀਲਾ ਯੁੱਧ ਦਾ ਸਹਾਰਾ ਲਿਆ, ਜੋ ਲਗਭਗ 4 ਸਾਲ ਚੱਲਦਾ ਰਿਹਾ। ਤਿਰੋਟ ਸਿੰਘ ਨੂੰ ਅੰਗਰੇਜ਼ਾਂ ਨੇ ਗੋਲੀ ਮਾਰ ਦਿੱਤੀ ਸੀ, ਇਸ ਲਈ ਉਹਨਾਂ ਨੂੰ ਗੁਫਾ ਵਿੱਚ ਲੁਕਣਾ ਪਿਆ। ਜਨਵਰੀ 1833 ਵਿੱਚ ਉਹਨਾਂ ਨੂੰ ਅੰਗਰੇਜ਼ਾਂ ਨੇ ਫੜ ਲਿਆ ਅਤੇ ਢਾਕਾ ਭੇਜ ਦਿੱਤਾ। ਯੂ ਤਿਰੋਟ ਸਿੰਘ ਸਿਆਮ ਦੀ ਮੌਤ 17 ਜੁਲਾਈ 1835 ਨੂੰ ਹੋਈ। ਅਸੀਂ ਦੇਸ਼ ਦੇ ਇਸ ਬਹਾਦਰ ਪੁੱਤਰ ਨੂੰ ਸਲਾਮ ਕਰਦੇ ਹਾਂ। ਅਸੀਂ ਆਜ਼ਾਦੀ ਗੁਲਾਟੀਏ ਵੀਰ ਹਸਾਰਾਮ ਪਮਨਾਨੀ ਨੂੰ ਵੀ ਯਾਦ ਕਰ ਰਹੇ ਹਾਂ। ਹਸਾਰਾਮ ਪਮਨਾਨੀ ਦੀ ਮੌਤ 17 ਜੁਲਾਈ 1940 ਨੂੰ ਹੋਈ। 10 ਅਪ੍ਰੈਲ 1899 ਨੂੰ ਰੋੜੀ ਸਿੰਧ ਵਿੱਚ ਜਨਮੇ ਪਮਨਾਨੀ ਨੇ ਨਾ ਮਿਲਵਰਤਨ ਅੰਦੋਲਨ ਦੌਰਾਨ 1921 ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲੈਣ ਲਈ ਉਹਨਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਪਮਨਾਨੀ 1937 ਵਿੱਚ ਸਿੰਧ ਵਿਧਾਨ ਸਭਾ ਲਈ ਚੁਣੇ ਗਏ ਸਨ। ਜਦੋਂ ਇਲਾਕੇ ਵਿੱਚ ਫਿਰਕੂ ਭਾਵਨਾਵਾਂ ਭੜਕ ਉੱਠੀਆਂ ਤਾਂ ਪਮਨਾਨੀ ਨੇ ਇਸ ਘਟਨਾਕ੍ਰਮ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਦੰਗੇ ਸ਼ੁਰੂ ਕਰਨ ਦੀ ਸ਼ਰਾਰਤੀ ਅਨਸਰਾਂ ਦੀ ਕੋਸ਼ਿਸ਼ ਨਾਕਾਮ ਹੋ ਗਈ। ਵੀਰ ਹਸਾਰਾਮ ਪਮਨਾਨੀ ਨੂੰ 17 ਜੁਲਾਈ 1940 ਨੂੰ ਗੋਲੀ ਮਾਰ ਦਿੱਤੀ ਗਈ ਸੀ। ਅਸੀਂ ਇਸ ਮਹਾਨ ਸ਼ਹੀਦ ਨੂੰ ਕੋਟ-ਕੋਟ ਨਮਨ ਕਰਦੇ ਹਾਂ। ਅਸੀਂ ਗਾਂਧੀਵਾਦੀ ਆਜ਼ਾਦੀ ਗੁਲਾਟੀਏ ਕਿਸ਼ੋਰ ਯਸਵ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਮੌਤ 17 ਜੁਲਾਈ 1930 ਨੂੰ ਹੋ ਗਈ ਸੀ। ਮਹਾਰਾਸ਼ਟਰ ਦੇ ਪਾਲਘਰ ਦੇ ਰਹਿਣ ਵਾਲੇ ਕਿਸ਼ੋਰ ਗੁਜਰਾਤ ਦੇ ਥਰਸਾਨਾ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ ਸਨ। ਸੱਤਿਆਗ੍ਰਹੀਆਂ ਤੇ ਪੁਲਿਸ ਦੇ ਲਾਠੀਚਾਰਜ ਦੌਰਾਨ ਉਹ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਦੀ ਥਾਂ 'ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਰਥਰ ਰੋਡ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹ ਕਰੀਬ 15 ਦਿਨ ਜੇਲ੍ਹ ਵਿੱਚ ਰਹੇ ਅਤੇ ਬਾਅਦ ਵਿੱਚ ਗੰਭੀਰ ਹਾਲਤ ਵਿੱਚ ਉਹਨਾਂ ਨੂੰ ਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ। 2 ਦਿਨ ਬਾਅਦ 17 ਜੁਲਾਈ 1930 ਨੂੰ ਉਹਨਾਂ ਦੀ ਮੌਤ ਹੋ ਗਈ। ਅਸੀਂ ਇਸ ਮਹਾਨ ਸੱਤਿਆਗ੍ਰਹੀ ਨੂੰ ਸਲਾਮ ਕਰਦੇ ਹਾਂ। ਅਸੀਂ ਆਜ਼ਾਦੀ ਕਾਰਕੁਨ ਗੁਰਿਆ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਸੀ। ਗੁਰਿਆ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਬਰਤਾਨਵੀ ਹਕੂਮਤ ਦੇ ਖਿਲਾਫ ਬਗਾਵਤ ਦਾ ਸਮਰਥਨ ਕਰਨ ਅਤੇ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ।
ਉਹਨਾਂ ਨੂੰ 14 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਸੀ। 17 ਜੁਲਾਈ 1859 ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਹੀ ਕੈਦ ਦੌਰਾਨ ਉਹਨਾਂ ਦੀ ਮੌਤ ਹੋ ਗਈ। ਅਸੀਂ ਦੇਸ਼ ਦੇ ਇਸ ਬਹਾਦਰ ਪੁੱਤਰ ਨੂੰ ਸਲਾਮ ਕਰਦੇ ਹਾਂ।